ਕੀ ਹਾਲ ਨੇ ਮੇਰੇ ਸਾਥੀਓ। ਸਭ ਨੂੰ ਸਾਡੀ ਅਕੈਡਮੀ ਫੌਜੀਆਂ ਦੀ ਫੈਕਟਰੀ ਚੌਕੇ ਦੁਆਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੋਪ ਸਭ ਦੀ ਪੜ੍ਹਾਈ ਬਹੁਤ ਵਧੀਆ ਤਰੀਕੇ ਨਾਲ ਚੱਲਦੀ ਹੋਣੀ ਆ। ਸਾਰੇ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਈ ਕਰ ਰਹੇ ਹੋਣੇ ਨੇ। ਆਪਣੀ ਅਕੈਡਮੀ ਦੁਆਰਾ ਇੱਕ ਇਨੀਸ਼ੀਏਟਿਵ ਲਿਆ ਗਿਆ, ਜਿਹੜੇ ਬੱਚਿਆਂ ਦਾ GD ਦਾ ਪੇਪਰ ਨਹੀਂ ਹੋਇਆ ਤਾਂ ਆਪਣੀ ਅਕੈਡਮੀ ਦੁਆਰਾ ਫ੍ਰੀ ਆਫ ਕਾਸਟ ਗੂਗਲ 'ਤੇ ਆਪਣੀ YouTube 'ਤੇ ਕੀ ਹੈ ਕਲਾਸਿਸ ਲਗਾਇਆ ਕਰਾਂਗੇ। ਆਪਾਂ ਪ੍ਰੋਪਰਲੀ 9:30 ਵਜੇ ਕਲਾਸ ਸਟਾਰਟ ਹੋ ਜਾ ਕਰੂਗੀ। ਤੁਸੀਂ ਲਾਈਵ ਕਲਾਸਾਂ ਵੀ ਲਗਾ ਸਕਦੇ ਹੋ। ਬਾਅਦ ਦੇ ਵਿੱਚ ਉਹ ਕਲਾਸ ਲਾਈਵ ਕਲਾਸ ਦਾ ਤੁਹਾਨੂੰ ਰਿਕਾਰਡਿੰਗ ਵੀ ਮਿਲ ਸਕਦੀ ਆ, ਤੁਸੀਂ ਉਹਨੂੰ ਰਿਕਾਰਡਿੰਗ ਵੀ ਸੁਣ ਸਕਦੇ ਹੋ। ਓਨਲੀ ਐਂਡ ਓਨਲੀ GD ਦੇ ਪੇਪਰ 'ਤੇ ਫੋਕਸ ਕੀਤਾ ਗਿਆ। GD ਦੇ ਪੇਪਰ ਦੇ ਵਿੱਚ ਜੋ ਵੀ ਕੁਝ ਆਉਂਦਾ ਉਹਨੂੰ ਦੇਖ ਕੇ ਆਪਾਂ ਇਹ ਕੋਰਸ ਸਟਾਰਟ ਕੀਤਾ। ਇਹਦੀ ਕੋਈ ਫੀਸ ਨਹੀਂ, ਬਸ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ। ਚੈਨਲ ਸਬਸਕ੍ਰਾਈਬ ਕਰਕੇ ਤੁਹਾਡੇ ਕੋਲੇ ਦੈਟ ਇਜ਼ ਕੀ ਹੈ ਹਰ ਰੋਜ਼ ਲਿੰਕ ਆ ਜਾ ਕਰੂਗਾ, ਪਤਾ ਲੱਗ ਜਾ ਕਰੂ ਵੀ ਕਲਾਸ ਸਟਾਰਟ ਆ, ਤੁਸੀਂ ਕਲਾਸ ਜੁਆਇਨ ਕਰਨੀ। ਹੋਰ ਕੁਝ ਨਹੀਂ ਕਰਨਾ, ਘਰ ਬੈਠ ਕੇ ਤੁਹਾਡੀ ਪੜ੍ਹਾਈ ਸਟਾਰਟ ਹੋ ਜੂ। ਕਿਉਂਕਿ ਮਿੱਤਰੋ ਪੇਪਰ ਬਹੁਤ ਨੇੜੇ ਆ। ਪੇਪਰ ਹੋਣ ਦੇ ਚਾਂਸਸ ਕਾਫੀ ਜ਼ਿਆਦਾ ਵੱਧ ਗਏ ਨੇ ਤੁਹਾਡੇ ਸੰਘਰਸ਼ ਕਰਕੇ। ਆਪਾਂ ਵਧੀਆ ਤੁਸੀਂ ਜ਼ੋਰ ਮਾਰਿਆ, ਤੁਸੀਂ ਸੰਘਰਸ਼ ਕੀਤਾ, ਜਿਹਦੇ ਕਰਕੇ ਪੇਪਰ ਹੋਣ ਦੇ ਚਾਂਸਸ ਕਾਫੀ ਬਣੇ ਹੋਏ ਨੇ। ਪਰ ਪੇਪਰ ਹੋ ਜੇ ਤੁਸੀਂ ਫੇਲ ਹੋ ਜਾਓ ਉਹ ਚੰਗੀ ਗੱਲ ਨਹੀਂ। ਤਾਂ ਤੁਸੀਂ ਆਪਣੀ ਪੜ੍ਹਾਈ ਜੋ ਰੁਕੀ ਹੋਈ ਆ ਉਹਨੂੰ ਘਰ ਬੈਠ ਕੇ ਹੀ ਤੁਸੀਂ ਕੰਟੀਨਿਊ ਕਰਨਾ। ਅਤੇ ਨਾਲ ਨਾਲ ਤੁਹਾਨੂੰ ਮੈਂ ਆਪਣਾ ਨੰਬਰ ਦੇਵਾਂਗਾ, ਨੰਬਰ ਲਿਖਿਆ ਹੋਇਆ। ਕੋਈ ਵੀ ਗੱਲ ਕਿਸੇ ਵੀ ਤਰੀਕੇ ਦੀ ਕੁਐਰੀ ਹੋਵੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਆਓ ਵਾਧੂ ਗੱਲ ਨਾ ਕਰਦੇ ਹੋਏ, ਸਾਨੂੰ ਪਤਾ ਕਿ ਸਾਡਾ ਜਿਹੜਾ ਪੇਪਰ ਆ ਆਰਮੀ ਜਿਹੜੀ ਦਾ, ਉਹਦੇ ਵਿੱਚ ਟੋਟਲ 50 ਕੁਐਸਚਨਸ ਆਉਂਦੇ ਨੇ। ਉਹਦੇ ਵਿੱਚੋਂ 15 ਕੁਐਸਚਨ ਸਾਡੀ ਸਟੈਟਿਕ GK ਨਾਲ ਅਟੈਚ ਹੁੰਦੇ ਨੇ। GK ਨਾਲ ਅਟੈਚ ਹੁੰਦੇ ਨੇ ਕਹਿਣ ਦਾ ਮਤਲਬ। ਉਹਦੇ ਵਿੱਚੋਂ ਪਹਿਲ ਤਾਂ 15 ਆਪਾਂ ਦੇਖਦੇ ਹਾਂ ਕਿ ਜਿਵੇਂ ਹਿਸਟਰੀ ਹੋਈ, ਪੋਲਿਟੀ ਹੋਈ, ਜੋਗਰਾਫੀ ਹੋਈ, ਇਕਨੋਮਿਕਸ ਹੋਈ, ਉਹਨਾਂ ਵਿੱਚੋਂ ਪਾਏ ਜਾਂਦੇ ਨੇ। ਪਰ ਅਸੀਂ ਦੇਖਦੇ ਹਾਂ ਕੁਝ ਕੁਐਸਚਨ ਜਿਹੜੇ ਹੈਗੇ ਨੇ ਉਹ ਸਟੈਟਿਕ ਗੱਲਾਂ ਬਾਤਾਂ ਦੇ ਵਿੱਚੋਂ ਪਾਏ ਜਾਂਦੇ ਨੇ। ਤਾਂ ਆਪਾਂ ਆਪਣਾ ਪਹਿਲਾ ਪੋਰਸ਼ਨ ਸਟੈਟਿਕ GK ਵਾਲਾ ਸ਼ੁਰੂ ਕਰਦੇ ਹਾਂ। ਗੁੱਡ। ਤੁਸੀਂ ਆਪਣੀ ਕਾਪੀ 'ਤੇ ਨੋਟ ਕਰਨਾ, ਕਾਪੀ 'ਤੇ ਨੋਟ ਕਰ ਸਕਦੇ ਹੋ। ਸਮਝਣਾ ਹੋਇਆ ਜਸਟ ਸਮਝਣ 'ਤੇ ਫੋਕਸ ਕਰਨਾ। ਤੁਹਾਨੂੰ ਸਭ ਤੋਂ ਪਹਿਲਾਂ ਕੁਐਸਚਨ ਆਊਗਾ ਕਿ ਭਾਰਤ ਦੀ ਸਭ ਤੋਂ ਲੰਬੀ ਨਦੀ ਕਿਹੜੀ ਆ। ਤਾਂ ਮਿੱਤਰੋ ਭਾਰਤ ਦੀ ਸਭ ਤੋਂ ਲੰਬੀ ਨਦੀ ਗੰਗਾ ਨਦੀ ਆ। ਧਿਆਨ ਰੱਖਣਾ, ਅਸੀਂ ਦੇਖਦੇ ਹਾਂ ਕਿਹੜੀ ਗੰਗਾ ਨਦੀ ਆ ਇਹ ਕਿਸੇ ਇੱਕ ਜਗ੍ਹਾ ਤੋਂ ਨਹੀਂ ਨਿਕਲਦੀ। ਭਾਰਤ ਵਿੱਚ 2 ਤਰ੍ਹਾਂ ਦੀਆਂ ਨਦੀਆਂ ਵਹਿੰਦੀਆਂ ਨੇ। ਇੱਕ ਉਹ ਨਦੀਆਂ ਜਿਨ੍ਹਾਂ ਵਿੱਚ ਸਾਰਾ ਸਾਲ ਪਾਣੀ ਰਹਿੰਦਾ, ਇੱਕ ਉਹ ਨਦੀਆਂ ਜਿਨ੍ਹਾਂ ਵਿੱਚ ਜਦੋਂ ਮੀਂਹ ਆਉਂਦਾ, ਵਰਸ਼ਾ ਆਉਂਦੀ ਆ, ਉਸ ਟਾਈਮ 'ਤੇ ਹੀ ਦੈਟ ਇਜ਼ ਕੀ ਆ ਨਦੀਆਂ ਵਗਦੀਆਂ ਨੇ। ਅਸੀਂ ਦੇਖਦੇ ਹਾਂ ਕਿ ਕੁਝ ਨਦੀਆਂ ਜਿਹੜੀਆਂ ਗਲੇਸ਼ੀਅਰ ਤੋਂ ਨਿਕਲਦੀਆਂ ਨੇ, ਜਿਵੇਂ ਕਿ ਅਸੀਂ ਦੇਖਦੇ ਹਾਂ ਯਮੁਨਾ ਨਦੀ ਹੋਈ, ਜਿਵੇਂ ਸਿੰਧ ਨਦੀ ਹੋਈ, ਸਤਲੁਜ ਨਦੀ ਹੋਈ ਆਪਣੇ ਪੰਜਾਬ ਦੀ, ਬਿਆਸ ਹੋਈ, ਰਾਵੀ ਹੋਈ, ਝਨਾਬ ਹੋਈ, ਜੇਹਲਮ ਹੋਈ। ਇਹਨਾਂ ਵਿੱਚ ਸਾਰਾ ਸਾਲ ਪਾਣੀ ਰਹਿੰਦਾ ਕਿਉਂਕਿ ਨਦੀਆਂ ਗਲੇਸ਼ੀਅਰ ਤੋਂ ਨਿਕਲਦੀਆਂ ਨੇ। ਧਿਆਨ ਕਰਿਓ, ਉੱਤਰ ਭਾਰਤ ਦੀਆਂ ਨਦੀਆਂ ਮੋਸਟਲੀ, ਜਦੋਂ ਵੀ ਮੈਂ ਉੱਤਰ ਭਾਰਤ ਕਹਿਣਾ ਇਹਦਾ ਮਤਲਬ ਅਸੀਂ ਮੰਨਦੇ ਹਾਂ ਕਿ ਮੱਧ ਪ੍ਰਦੇਸ਼ ਤੋਂ ਉੱਪਰਲਾ ਇਲਾਕਾ, ਮੱਧ ਪ੍ਰਦੇਸ਼ ਤੋਂ ਉੱਪਰਲੇ ਇਲਾਕੇ ਨੂੰ ਕੀ ਕਹਿੰਦੇ ਨੇ ਉੱਤਰ ਭਾਰਤ, ਮੱਧ ਪ੍ਰਦੇਸ਼ ਤੋਂ ਹੇਠਲੇ ਇਲਾਕੇ ਨੂੰ ਦੱਖਣ ਭਾਰਤ ਕਿਹਾ ਜਾਂਦਾ। ਜੇ ਕੁਐਸਚਨ ਆਉਂਦਾ ਵਿਚ ਸਟੇਟ ਇਜ਼ ਕਾਲਡ ਹਾਰਟ ਆਫ ਇੰਡੀਆ, ਕਿਹੜੇ ਰਾਜ ਨੂੰ ਭਾਰਤ ਦਾ ਦਿਲ ਕਹਿੰਦੇ ਨੇ, ਤਾਂ ਉੱਤਰ ਆਊਗਾ ਮੱਧ ਪ੍ਰਦੇਸ਼ MP ਨੂੰ ਕਿਹਾ ਜਾਂਦਾ। ਚਲੋ ਅਸੀਂ ਦੇਖਦੇ ਹਾਂ ਕਿ ਐਂ 2 ਨਦੀਆਂ ਨੇ, ਇੱਕ ਹੈਗੀ ਆ ਅਲਕਨੰਦਾ, ਇੱਕ ਹੈਗੀ ਆ ਭਾਗੀਰਥੀ। 2 ਨਦੀਆਂ ਅਲਕਨੰਦਾ ਅਤੇ ਭਾਗੀਰਥੀ ਨਦੀਆਂ, ਇਹ ਦੋਵੇਂ ਨਦੀਆਂ ਪੁੱਤਰੋ ਅਸੀਂ ਦੇਖਦੇ ਹਾਂ ਕਿ ਜਗ੍ਹਾ ਆਉਂਦੀ ਆ, ਜਗ੍ਹਾ ਰਿਸ਼ੀਕੇਸ਼ ਦੇ ਕੋਲ, ਦੈਟ ਇਜ਼ ਕਿ ਜਗ੍ਹਾ ਆਉਂਦੀ ਆ ਦੇਵ ਪ੍ਰਯਾਗ। ਅਲਕਨੰਦਾ ਅਤੇ ਭਾਗੀਰਥੀ 2 ਨਦੀਆਂ ਨਿਕਲਦੀਆਂ ਨੇ ਗਲੇਸ਼ੀਅਰਾਂ 'ਚੋਂ। ਇਹ ਦੋਵੇਂ ਨਦੀਆਂ ਇਕੱਠੀਆਂ ਹੋ ਜਾਂਦੀਆਂ ਨੇ, ਦੈਟ ਇਜ਼ ਕਾਲਡ ਦੇਵ ਪ੍ਰਯਾਗ। ਇਹ ਦੇਵ ਪ੍ਰਯਾਗ ਤੋਂ ਨਦੀਆਂ ਇਕੱਠੀ ਹੋ ਕੇ ਇੱਕ ਨਦੀ ਬਣ ਜਾਂਦੀ ਆ, ਉਹ ਨਦੀ ਨੂੰ ਗੰਗਾ ਨਦੀ ਕਹਿੰਦੇ ਨੇ। ਤਾਂ ਜੇ ਕੁਐਸਚਨ ਆਉਂਦਾ ਕਿ ਕਿਹੜੀ ਨਦੀ ਤੋਂ ਮਿਲ ਕੇ ਗੰਗਾ ਬਣਦੀ ਆ, ਤਾਂ 2 ਨਦੀਆਂ ਅਲਕਨੰਦਾ ਅਤੇ ਭਾਗੀਰਥੀ ਤੋਂ। ਆਪਣੇ ਆਰਮੀ GD ਦੇ ਪੇਪਰ 'ਚ ਕੁਐਸਚਨ ਵੀ ਆਇਆ ਸੀਗਾ ਕਿ ਭਾਰਤ ਦਾ ਟਿਹਰੀ ਬਾਂਧ ਕਿਸ ਨਦੀ ਪਰ ਹੈ। ਬਹੁਤ ਵਧੀਆ ਕੁਐਸਚਨ ਆ। ਟਿਹਰੀ ਬਾਂਧ ਪੁੱਤਰੋ ਅਸੀਂ ਦੇਖਦੇ ਹਾਂ ਕਿ ਗੰਗਾ ਬਣਨ ਤੋਂ ਪਹਿਲਾਂ ਨਦੀ ਕਿਹੜੀ ਹੈ, ਭਾਗੀਰਥੀ। ਤਾਂ ਅਸੀਂ ਦੇਖਦੇ ਹਾਂ ਕਿ ਉੱਤਰਾਖੰਡ ਦੇ ਵਿੱਚ ਭਾਗੀਰਥੀ ਨਦੀ 'ਤੇ ਬੰਨ੍ਹ ਮਾਰਿਆ ਹੋਇਆ। ਭਾਗੀਰਥੀ ਦੈਟ ਇਜ਼ ਕੀ ਆ ਉਹ ਜਿਹੜਾ ਬੰਨ੍ਹ ਮਾਰਿਆ ਉਹਨੂੰ ਟਿਹਰੀ ਬਾਂਧ ਕਹਿੰਦੇ ਨੇ। ਇਹ ਤੋਂ ਬਾਅਦ ਇਹ ਨਦੀ ਅਸੀਂ ਦੇਖਦੇ ਹਾਂ ਕਿ ਅਲਕਨੰਦਾ ਨਾਲ ਮਿਲ ਕੇ ਭਾਗੀਰਥੀ ਖਤਮ ਹੋ ਜਾਂਦੀ ਹੈ ਅਤੇ ਗੰਗਾ ਬਣਦੀ ਆ।
ਇਹ ਤੋਂ ਬਾਅਦ ਗੰਗਾ ਨਦੀ ਵਹਿੰਦੀ ਆ। ਵਹਿੰਦੀ ਅਸੀਂ ਦੇਖਦੇ ਹਾਂ ਕਿ ਪਹਿਲਾਂ ਪਹਾੜਾਂ ਦੇ ਵਿੱਚ ਆ, ਫਿਰ ਗੰਗਾ ਨਦੀ ਕਿਹਦੇ ਵਿੱਚ ਆਉਂਦੀ ਆ? ਗੰਗਾ ਨਦੀ ਆਉਂਦੀ ਆ ਪੁੱਤਰੋ ਸ਼ਹਿਰੀ ਇਲਾਕੇ 'ਚ, ਭਾਵ ਪਹਿਲਾਂ ਨਦੀ ਪਹਾੜਾਂ 'ਚ ਆ, ਪਹਾੜਾਂ ਤੋਂ ਥੱਲੇ ਆਉਂਦੀ ਆ। ਅਤੇ ਸਭ ਤੋਂ ਪਹਿਲਾ ਸ਼ਹਿਰ ਗੰਗਾ ਨਦੀ ਨੂੰ ਕਿਹੜਾ ਆਉਂਦਾ ਪੁੱਤਰੋ? ਹਰਿਦੁਆਰ। ਹਰਿਦੁਆਰ ਦੇ ਵਿੱਚ ਜਦੋਂ ਗੰਗਾ ਨਦੀ ਆ ਗਈ ਤਾਂ ਬਹੁਤ ਹੀ ਜ਼ਿਆਦਾ ਪਾਣੀ ਲੈ ਕੇ ਆਉਂਦੀ ਆ। ਹਰਿਦੁਆਰ ਤੱਕ ਤਾਂ ਉਹ ਬਹੁਤ ਫਾਸਟ ਵਹਿੰਦੀ ਆ, ਪਰ ਹਰਿਦੁਆਰ ਤੋਂ ਬਾਅਦ ਹੌਲੀ ਹੌਲੀ ਵਹਿਣਾ ਸਟਾਰਟ ਕਰਦੀ ਆ। ਜੇ ਕੁਐਸਚਨ ਆਉਂਦਾ ਕਿ ਹਰਿਦੁਆਰ ਸ਼ਹਿਰ ਕਿਹੜੀ ਨਦੀ ਦੇ ਕੰਢੇ 'ਤੇ ਬਣਿਆ, ਤਾਂ ਉੱਤਰ ਆਊਗਾ ਗੰਗਾ ਨਦੀ 'ਤੇ। ਇਹ ਤੋਂ ਬਾਅਦ ਗੰਗਾ ਅਸੀਂ ਦੇਖਦੇ ਹਾਂ ਕਿ ਉੱਤਰਾਖੰਡ ਜਿਹੜਾ ਹਰਿਦੁਆਰ ਜਗ੍ਹਾ ਨਾ, ਇਹ ਉੱਤਰਾਖੰਡ ਦੇ ਵਿੱਚ ਆਉਂਦੀ ਆ। ਪਹਿਲਾਂ ਇਹ ਸਾਨੂੰ ਯੂਪੀ ਕਹਿੰਦੇ ਸੀ। ਯੂਪੀ ਦਾ ਕੁਝ ਹਿੱਸਾ ਦੈਟ ਇਜ਼ ਕੀ ਹੈਗਾ ਤੋੜਿਆ ਗਿਆ ਸੀਗਾ 2002 ਦੇ ਵਿੱਚ। ਇਹਨੂੰ ਪਹਿਲਾਂ ਉੱਤਰਾਂਚਲ ਕਹਿੰਦੇ ਸੀ, ਬਾਅਦ 'ਚ ਇਹਨੂੰ ਉੱਤਰਾਖੰਡ ਕਹਿਣਾ ਸਟਾਰਟ ਕਰਤਾ। ਇਹਦੀ ਰਾਜਧਾਨੀ ਕੀ ਹੈ? ਦੇਹਰਾਦੂਨ। ਤਾਂ ਪਹਿਲਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਆਉਂਦੀ ਆ, ਫਿਰ ਸਹਾਰਨਪੁਰ ਹੁੰਦੀ ਹੋਈ ਨਦੀ ਇਹ ਯੂਪੀ ਦੇ ਵਿੱਚ ਐਂਟਰ ਕਰਦੀ ਆ। ਯੂਪੀ ਤੋਂ ਇਹ ਨਦੀ ਬਿਹਾਰ ਦੇ ਵਿੱਚ, ਬਿਹਾਰ ਤੋਂ ਇਹ ਝਾਰਖੰਡ ਹੁੰਦੀ ਹੋਈ ਪੱਛਮੀ ਬੰਗਾਲ, ਪੱਛਮੀ ਬੰਗਾਲ ਤੋਂ ਪੁੱਤਰੋ ਇਹ ਬੰਗਾਲ ਦੀ ਖਾੜੀ ਵਿੱਚ ਜਾ ਡਿੱਗਦੀ ਆ। ਤਾਂ ਅਸੀਂ ਦੇਖਦੇ ਹਾਂ ਕਿ ਭਾਰਤ ਦੀ ਬਹੁਤ ਹੀ ਲੰਬੀ ਨਦੀ ਹੈ, ਧਿਆਨ ਰੱਖਣਾ ਇਹ ਗੱਲ ਦੇ ਵਿੱਚ ਕਰ। ਅਤੇ ਗੰਗਾ ਯੂਪੀ, ਬਿਹਾਰ, ਪੱਛਮੀ ਬੰਗਾਲ, ਉੱਤਰਾਖੰਡ ਦੇ ਇਲਾਕਿਆਂ ਦੇ ਲਈ ਬਹੁਤ ਜ਼ਰੂਰੀ ਆ ਖੇਤੀਬਾੜੀ ਦੇ ਲਈ। ਤਾਂ ਕਰਕੇ ਹੀ ਅਸੀਂ ਇਹਨੂੰ ਮਾਤਾ ਦਾ ਦਰਜਾ ਦਿੱਤਾ ਹੋਇਆ, ਕਿਉਂਕਿ ਮਾਤਾ ਸਾਡੀ ਨਦੀ ਆ ਅਤੇ ਬਹੁਤ ਸਾਰੇ ਇਲਾਕਿਆਂ ਨੂੰ ਕੀ ਦੇ ਰਹੀ ਹੈ? ਪਾਣੀ ਦੇ ਰਹੀ ਆ। ਅੱਗੇ ਚੱਲਦੇ ਹਾਂ। ਜੇ ਕੁਐਸਚਨ ਆਉਂਦਾ ਕਿ ਭਾਰਤ ਦੀ ਸਭ ਤੋਂ ਲੰਬੀ ਸਹਾਇਕ ਨਦੀ ਕਿਹੜੀ ਆ? ਪੁੱਤਰੋ ਸਹਾਇਕ ਨਦੀ ਕਿਹੜੀ ਨਦੀ ਹੁੰਦੀ ਆ? ਉਹ ਨਦੀ ਜੋ ਕਿਸੇ ਸਮੁੰਦਰ ਵਿੱਚ ਜਾ ਕੇ ਨਹੀਂ ਡਿੱਗਦੀ, ਉਹ ਆਪਣਾ ਪਾਣੀ ਕਿਸੇ ਹੋਰ ਨਦੀ ਵਿੱਚ ਪਾ ਦਿੰਦੀ ਆ। ਜੇਕਰ ਕੋਈ ਨਦੀ ਆਪਣਾ ਪਾਣੀ ਕਿਸੇ ਹੋਰ ਨਦੀ ਵਿੱਚ ਪਾਉਂਦੀ ਆ ਤਾਂ ਆਪਾਂ ਉਹਨੂੰ ਕਹਾਂਗੇ ਉਹ ਕੀ ਆ? ਸਹਾਇਕ ਨਦੀ। ਅਸੀਂ ਦੇਖਦੇ ਹਾਂ ਕਿ ਇੱਕ ਗਲੇਸ਼ੀਅਰ ਆ ਯਮਨੋਤਰੀ। ਅੱਜ ਕੱਲ੍ਹ ਲੋਕ ਬਹੁਤ ਘੁੰਮਣ ਵੀ ਜਾਂਦੇ ਨੇ, ਤੁਸੀਂ ਵੀ ਸ਼ਾਇਦ ਜਾ ਕੇ ਆਏ ਹੋ। ਤਾਂ ਗੰਗੋਤਰੀ, ਯਮਨੋਤਰੀ ਇਹ ਕਿੰਨੇ ਗਲੇਸ਼ੀਅਰ ਨੇ ਆਪਣੇ ਬਹੁਤ ਵੱਡੇ, ਕਿੱਥੇ? ਇਨ ਉੱਤਰਾਖੰਡ। ਤਾਂ ਯਮਨੋਤਰੀ ਗਲੇਸ਼ੀਅਰ 'ਚੋਂ ਯਮੁਨਾ ਨਿਕਲਦੀ ਆ, ਬਿਲਕੁਲ ਨੇੜੇ ਨੇੜੇ ਦਾ ਜਿੱਥੋਂ ਗੰਗਾ ਨਿਕਲਦੀ ਆ ਉਹਦੇ ਕੋਲ ਹੀ ਆ ਜਾਂਦਾ। ਪਰ ਇਹ ਨਦੀ ਵਲ ਪਾ ਕੇ ਅਸੀਂ ਦੇਖਦੇ ਹਾਂ ਕਿ ਨਦੀ ਮੂਵ ਕਰਦੀ ਆ ਦਿੱਲੀ ਵੱਲ ਨੂੰ, ਅਤੇ ਦਿੱਲੀ ਤੋਂ ਆਗਰਾ ਰਾਹੀਂ ਹੁੰਦੀ ਹੋਈ ਇਲਾਹਾਬਾਦ ਵਿੱਚ ਆਪਣਾ ਪਾਣੀ ਕਿਹਨੂੰ ਦੇ ਦਿੰਦੀ ਆ? ਗੰਗਾ ਨਦੀ ਵਿੱਚ ਪਾ ਦਿੰਦੀ ਆ। ਤਾਂ ਅਸੀਂ ਦੇਖਦੇ ਹਾਂ ਮਿੱਤਰੋ, ਜਿਹੜੀ ਯਮੁਨਾ ਨਦੀ ਆ ਇਹ ਆਪਣਾ ਪਾਣੀ ਇਲਾਹਾਬਾਦ ਵਿੱਚ ਗੰਗਾ ਨਦੀ 'ਚ ਪਾਉਂਦੀ ਆ। ਅਤੇ ਇਸ ਤੋਂ ਬਾਅਦ ਗੰਗਾ ਨਦੀ ਫਿਰ ਹੋਰ ਵੱਡੀ ਹੋ ਜਾਂਦੀ ਆ, ਤਾਂਹੀਓ ਇਹ ਸਭ ਤੋਂ ਕੀ ਆ? ਵੱਡੀ ਸਾਡੀ ਸਹਾਇਕ ਨਦੀ ਹੈਗੀ ਆ। ਸਾਡਾ ਪ੍ਰਸਿੱਧ ਸ਼ਹਿਰ ਦਿੱਲੀ, ਸਾਡਾ ਪ੍ਰਸਿੱਧ ਸ਼ਹਿਰ ਆਗਰਾ, ਇਹ ਦੋਵੇਂ ਪੁੱਤਰੋ ਯਮੁਨਾ ਨਦੀ ਦੇ ਕੰਢੇ 'ਤੇ ਬਣੇ ਹੋਏ ਨੇ। ਤੀਜਾ ਪੁਆਇੰਟ ਆ, ਦੱਖਣ ਭਾਰਤ ਦੀ ਸਭ ਤੋਂ ਲੰਬੀ ਨਦੀ ਕਿਹੜੀ ਆ? ਦ ਲੌਂਗੈਸਟ ਰਿਵਰ ਆਫ ਸਾਊਦਰਨ ਇੰਡੀਆ। ਦੱਖਣ ਭਾਰਤ ਦੀ ਸਭ ਤੋਂ ਲੰਬੀ ਨਦੀ ਹੈਗੀ ਗੋਦਾਵਰੀ। ਬਹੁਤ ਹੀ ਫੇਮਸ ਨਦੀ ਆ ਗੋਦਾਵਰੀ। ਅਸੀਂ ਦੇਖਦੇ ਹਾਂ ਕਿ ਦੱਖਣ ਭਾਰਤ ਇਹ ਵੀ ਲਗਭਗ ਸਾਰਾ ਸਾਲ ਵਹਿੰਦੀ ਆ, ਕਿਉਂਕਿ ਇਹ ਮਹਾਰਾਸ਼ਟਰ 'ਚੋਂ ਨਿਕਲਦੀ ਆ, ਜਿਹੜੀਆਂ ਪਹਾੜੀਆਂ 'ਚੋਂ ਨਿਕਲਦੀ ਆ ਉੱਥੇ ਲਗਾਤਾਰ ਮੀਂਹ ਪੈਂਦਾ। ਤੁਹਾਨੂੰ ਪਤਾ ਨਾ ਮੁੰਬਈ 'ਚ ਬਹੁਤ ਮੀਂਹ ਪੈਂਦੇ ਨੇ, ਕਿਉਂਕਿ ਦੈਟ ਇਜ਼ ਕੀ ਆ ਗਿਆ, ਉਹ ਵੈਸਟਰਨ ਵਾਲਾ ਪੋਰਟ ਆ ਗਿਆ। ਤਾਂ ਨਾਲ ਹੀ ਕੀ ਆ ਗਿਆ? ਆਪਣੇ ਅਰਬ ਸਾਗਰ ਆ ਗਿਆ। ਤਾਂ ਅਰਬ ਸਾਗਰ ਤੋਂ ਪੌਣਾ ਉੱਠਦੀਆਂ ਨੇ ਅਤੇ ਲਗਾਤਾਰ ਮੀਂਹ ਪਾਉਂਦੀਆਂ ਰਹਿੰਦੀਆਂ ਨੇ। ਤਾਂ ਹੁਣ ਉਹ ਥਾਵਾਂ 'ਤੇ ਮੀਂਹ ਪਿਆ, ਪੱਛਮੀ ਘਾਟਾਂ 'ਤੇ ਮੀਂਹ ਪੈਂਦਾ, ਜਿਹਦੇ ਕਰਕੇ ਉਹ ਦੈਟ ਇਜ਼ ਕੀ ਆ? ਨਦੀ ਬਣ ਕੇ ਵਗਦਾ ਰਹਿੰਦਾ। ਅਸੀਂ ਕਹਿੰਦੇ ਹਾਂ ਕਿਹੜੀ ਆ? ਗੋਦਾਵਰੀ ਨਦੀ ਕਹਾਉਂਦੀ ਹੈ। ਚੌਥਾ ਪੁਆਇੰਟ, ਭਾਰਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਆ? ਹਾਈਐਸਟ ਮਾਊਂਟੇਨ ਪੀਕ। ਬਹੁਤ ਵਧੀਆ ਕੁਐਸਚਨ ਆ। ਜੇ ਕੁਐਸਚਨ ਆਉਂਦਾ ਕਿ ਭਾਰਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਆ, ਤਾਂ ਪੁੱਤਰੋ ਇਹਦਾ ਉੱਤਰ ਆਊਗਾ ਮਾਊਂਟ K2। ਮਾਊਂਟ K2 ਜਿਹਦਾ ਹੋਰ ਨਾਮ ਗੌਡਵਿਨ ਔਸਟਨ ਵੀ ਹੈ। ਗੌਡਵਿਨ ਔਸਟਨ ਨੇ ਇਹਨੂੰ ਸਰ ਕੀਤਾ ਸੀ, ਇਹਦੀ ਲੰਬਾਈ ਮਾਪੀ ਸੀ। ਤਾਂ ਅੰਗਰੇਜ਼ਾਂ ਦਾ ਬੰਦਾ ਸੀ ਇੰਡੀਆ ਦੇ ਵਿੱਚ, ਤਾਂ ਉਹਦੇ ਨਾਂ 'ਤੇ ਦਾ ਨਾਂ ਕੀ ਬਣ ਗਿਆ? ਮਾਊਂਟ K2 ਗੌਡਵਿਨ ਔਸਟਨ। ਅਸੀਂ ਦੇਖਦੇ ਹਾਂ ਕਿ ਭਾਰਤ ਦੀ ਸਭ ਤੋਂ ਕੀ ਹੈ? ਉੱਚੀ ਚੋਟੀ ਆ, ਪਰ ਅਸਲ ਵਿੱਚ ਇਹ ਭਾਰਤ ਦੇ ਵਿੱਚ ਨਹੀਂ ਆਉਂਦੀ। ਇਹ ਪੁੱਤਰੋ ਅਸੀਂ ਦੇਖਦੇ ਹਾਂ ਕਿ 1948 ਦੇ ਵਿੱਚ ਰਾਜਾ ਹਰੀ ਸਿੰਘ ਹੁੰਦੇ ਸੀ। ਰਾਜਾ ਹਰੀ ਸਿੰਘ ਜੀ ਜਦੋਂ ਤੁਹਾਨੂੰ ਪਤਾ ਕਿ 1947 ਦੇ ਵਿੱਚ ਭਾਰਤ ਆਜ਼ਾਦ ਹੁੰਦਾ, ਤਾਂ ਅੰਗਰੇਜ਼ ਇੱਕ ਕਾਨੂੰਨ ਲੈ ਕੇ ਆਉਣਗੇ ਵੀ ਭਾਈ ਜਿਹੜੇ ਇਲਾਕੇ ਭਾਰਤ ਅਤੇ ਪਾਕਿਸਤਾਨ ਦਾ ਬਣ ਗਏ, ਜਿੱਥੇ ਸਾਡਾ ਰਾਜ ਸੀ ਉੱਥੋਂ ਅਸੀਂ ਦੋ ਮੁਲਕ ਕੱਢਤੇ, ਇੱਕ ਭਾਰਤ ਅਤੇ ਇੱਕ ਪਾਕਿਸਤਾਨ।
ਪਰ ਜਿਹੜੇ ਉਸ ਟਾਈਮ ਤੇ ਰਾਜੇ ਰਾਜ ਕਰ ਰਹੇ ਸੀ, ਜਿਵੇਂ ਕਿ ਆਪਣੇ ਵੀ ਪਟਿਆਲੇ ਵਾਲੇ ਰਾਜਾ ਰਾਜ ਕਰਦੇ ਸੀਗੇ, ਉਵੇਂ ਹੀ ਜੰਮੂ ਕਸ਼ਮੀਰ ਤੇ ਰਾਜਾ ਹਰੀ ਸਿੰਘ ਡੋਗਰਾ ਰਾਜ ਕਰਦੇ ਸੀ। ਤਾਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਮਰਜ਼ੀ ਹੈ, ਤੁਸੀਂ ਕਿਹਦੇ ਨਾਲ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ। ਪਰ ਅਸੀਂ ਦੇਖਦੇ ਹਾਂ ਕਿ ਰਾਜਾ ਹਰੀ ਸਿੰਘ ਜੀ ਫੈਸਲਾ ਨਹੀਂ ਲੈ ਸਕੇ ਕਿ ਉਹ ਆਜ਼ਾਦ ਜਾਣਾ ਚਾਹੁੰਦੇ ਨੇ, ਉਹ ਭਾਰਤ ਨਾਲ ਜਾਣਾ ਚਾਹੁੰਦੇ ਨੇ ਕਿ ਪਾਕਿਸਤਾਨ ਨਾਲ ਜਾਣਾ ਚਾਹੁੰਦੇ ਨੇ। ਤਾਂ ਪਾਕਿਸਤਾਨ ਇਹ ਗੱਲ ਦਾ ਫਾਇਦਾ ਲੈਂਦਾ ਅਤੇ 1948 ਦੇ ਵਿੱਚ ਕੀ ਕਰਨ ਦਾ, ਹਮਲਾ ਕਰਨ ਦਾ। ਹਮਲਾ ਕਰਕੇ ਸਾਡਾ ਅੱਧਾ ਜਿਹੜਾ ਜੰਮੂ ਕਸ਼ਮੀਰ ਆ ਉਹ ਕੀ ਕਰ ਲੈਂਦਾ, ਜਿੱਤ ਲੈਂਦਾ। ਤਾਂ ਕਾਹਲੀ ਕਾਹਲੀ ਦੇ ਵਿੱਚ ਰਾਜਾ ਹਰੀ ਸਿੰਘ ਜੀ ਭਾਰਤ ਵੱਲ ਆਉਂਦੇ ਨੇ ਅਤੇ ਭਾਰਤ ਦੇ ਦੈਟ ਇਜ਼ ਕੀ ਆ, ਨਹਿਰੂ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਸਾਡੀ ਰੱਖਿਆ ਕਰੋ। ਤਾਂ ਨਹਿਰੂ ਜੀ ਕਹਿੰਦੇ ਨੇ ਵੀ ਦੇਖੋ ਸਾਡੇ ਨਾਲ ਤੁਹਾਡਾ ਕੋਈ ਸੰਬੰਧ ਤਾਂ ਹੈ ਨਹੀਂ, ਤੁਸੀਂ ਤਾਂ ਇੱਕ ਅਲੱਗ ਦੇਸ਼ ਹੋ, ਤਾਂ ਅਸੀਂ ਤੁਹਾਡੇ ਨਾਲ ਦੈਟ ਇਜ਼ ਕਿਵੇਂ ਚੱਲ ਸਕਦੇ ਹਾਂ। ਤਾਂ ਉਹ ਸਾਡੇ ਨਾਲ ਕੀ ਕਰਦੇ ਨੇ, ਸਮਝੌਤਾ ਕਰਦੇ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਮੈਂ ਚਾਹੁੰਦਾ ਕਿ ਕੀ ਬਣ ਜਾਵੇ, ਜੰਮੂ ਕਸ਼ਮੀਰ ਭਾਰਤ ਦਾ ਭਾਗ ਬਣ ਜਾਵੇ। ਤਾਂ ਉਹ ਆਰਟੀਕਲ 370 ਸਾਈਨ ਕਰਦੇ ਨੇ ਅਤੇ ਬਾਅਦ ਵਿੱਚ ਫਿਰ ਭਾਰਤ ਦੀ ਫੌਜ ਦੈਟ ਇਜ਼ ਕੀ ਆ, ਜਿੰਨਾ ਇਲਾਕਾ ਜਿੱਤ ਲਿਆ ਹੁੰਦਾ ਚਲੋ ਜਿੱਤ ਲਿਆ ਹੁੰਦਾ, ਪਰ ਬਾਅਦ 'ਚੋਂ ਉਹਨਾਂ ਨੂੰ ਹਰਾਉਣਾ ਸਟਾਰਟ ਕਰ ਦਿੰਦੀ ਆ। ਪਰ ਅਸੀਂ ਦੇਖਦੇ ਹਾਂ ਕਿ ਬਾਅਦ 'ਚੋਂ ਜਿਹੜੇ ਨਹਿਰੂ ਜੀ ਨੇ ਉਹ ਕੀ ਕਰਨਗੇ, ਉਹ ਕਹਿਣਗੇ ਕਿ ਬਸ ਅਸੀਂ ਲੜਾਈ ਖਤਮ ਕਰਦੇ ਹਾਂ, ਜਿਹੜਾ ਇਲਾਕਾ ਹੁੰਦਾ ਅੱਧਾ ਇਲਾਕਾ ਉਹ ਦੈਟ ਇਜ਼ ਕੀ ਹੈਗਾ, ਪਾਕਿਸਤਾਨ ਦੇ ਹਿੱਸੇ ਚਲਾ ਜਾਂਦਾ। ਇਹਦੇ ਲਈ ਅਸੀਂ ਨਹਿਰੂ ਜੀ ਨੂੰ ਕ੍ਰਿਟੀਸਾਈਜ਼ ਵੀ ਕਰਦੇ ਹਾਂ ਕਿ ਜੇ ਉਸ ਟਾਈਮ 'ਤੇ ਨਹਿਰੂ ਜੀ ਫੌਜ ਨੂੰ ਕਹਿ ਦਿੰਦੇ ਤਾਂ ਬਾਕੀ ਦਾ ਇਲਾਕਾ ਜਿਹੜਾ ਜਿੱਤ ਚੁੱਕੇ ਸੀ ਪਾਕਿਸਤਾਨੀ, ਉਹ ਇਲਾਕਾ ਵੀ ਆਪਾਂ ਵਾਪਸ ਲਿਆ ਸਕਦੇ ਸੀ। ਚਲੋ ਕ੍ਰਿਟੀਸਾਈਜ਼ ਚੱਲਦਾ ਰਹਿੰਦਾ। ਅੱਗੇ ਵੱਧਦੇ ਹਾਂ। ਤਾਂ ਜਿਹੜੀ ਇਹ ਗੌਡਵਿਨ ਆਸਟਿਨ ਆਉਂਦੀ ਆ ਮਿੱਤਰੋ, ਇਹ ਭਾਰਤ ਦੇ ਵਿੱਚ ਨਹੀਂ ਆਉਂਦੀ, ਇਹ ਪਾਕਿਸਤਾਨ ਦੇ ਵਿੱਚ ਆਉਂਦੀ ਹੈ, ਧਿਆਨ ਰੱਖਣਾ। ਪਰੰਤੂ ਅਸੀਂ ਅੱਜ ਵੀ ਜਿਹੜਾ ਇਲਾਕਾ ਉਹ POK ਵਾਲਾ ਹੈਗਾ, ਪਾਕਿਸਤਾਨ ਆਕੂਪਾਈਡ ਕਸ਼ਮੀਰ, ਉਹਨੂੰ ਦੈਟ ਇਜ਼ ਅਸੀਂ ਆਪਣਾ ਇਲਾਕਾ ਮੰਨਦੇ ਹਾਂ। ਤਾਂ ਤੁਹਾਡੀ ਵੀ ਡਿਊਟੀ ਇੱਥੇ ਲੱਗਣੀ ਆ। ਮੇਨਲੀ ਸਾਡੀ ਲੜਾਈ ਪਾਕਿਸਤਾਨ ਨਾਲ ਆ, ਚੀਨ ਨਾਲ ਵੀ ਸਾਡੇ ਸੰਬੰਧ ਵੈਸੇ ਵਿਗੜ ਰਹੇ ਨੇ, ਪਰੰਤੂ ਜ਼ਿਆਦਾਤਰ ਫੌਜਾਂ ਆਪਣੀਆਂ ਪਾਕਿਸਤਾਨ ਦੇ ਵਾਸਤੇ ਭਰਤੀ ਹੁੰਦੀਆਂ ਨੇ। ਚਲੋ ਤਾਂ ਇਟ ਮੀਨਜ਼ ਜੇ ਕੁਐਸਚਨ ਆਉਂਦਾ ਕਿ ਭਾਰਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ, ਤਾਂ ਉੱਤਰ ਆਊਗਾ ਮਾਊਂਟ K2 ਗੌਡਵਿਨ ਆਸਟਿਨ। ਪਰੰਤੂ ਇਹ ਪਾਕਿਸਤਾਨ 'ਚ ਆ। ਭਾਰਤ ਦੀ ਦੂਜੀ ਸਭ ਤੋਂ ਉੱਚੀ ਚੋਟੀ ਜਿਹੜੀ ਹੈਗੀ ਆ, ਜਿਹੜੀ ਅਸਲੀ ਭਾਰਤ 'ਚ ਆਉਂਦੀ ਆ, ਇਟ ਇਜ਼ ਕੰਚਨਜੰਗਾ। ਪਰ ਜੇ ਪੇਪਰ 'ਚ ਕੁਐਸਚਨ ਆਉਂਦਾ, ਤੁਸੀਂ ਕਦੇ ਵੀ ਕੰਚਨਜੰਗਾ ਭਾਰਤ ਦੀ ਸਭ ਤੋਂ ਉੱਚੀ ਚੋਟੀ ਨਹੀਂ ਲਾਉਣੀ, ਅਸਲ ਵਿੱਚ ਤਾਂ ਇਹੀ ਆ, ਪਰੰਤੂ ਅਸੀਂ ਗੌਡਵਿਨ ਆਸਟਿਨ ਨੂੰ ਹੀ ਆਪਣੀ ਸਭ ਤੋਂ ਉੱਚੀ ਚੋਟੀ ਮੰਨਦੇ ਹਾਂ। ਕੰਚਨਜੰਗਾ ਅਸੀਂ ਦੇਖਦੇ ਹਾਂ ਕਿ ਸਿੱਕਮ ਦੇ ਵਿੱਚ ਬਹਿੰਦੀ ਆ। ਤਾਂ ਸਿੱਕਮ ਦੀ ਦੈਟ ਇਜ਼ ਕੀ ਹੈਗਾ, ਉਹਦੇ ਵਿੱਚ ਕੀ ਆਉਂਦੀ ਹੈ, ਕੰਚਨਜੰਗਾ ਆਉਂਦੀ ਹੈ। ਸਿੱਕਮ ਦੀ ਰਾਜਧਾਨੀ ਕਿਹੜੀ ਹੈ, ਗੰਗਟੋਕ। ਧਿਆਨ ਰੱਖਣਾ ਇਹ ਗੱਲ। ਅਗਲਾ ਕੁਐਸਚਨ ਆ ਕਿ ਭਾਰਤ ਦਾ ਸਭ ਤੋਂ ਉੱਚਾ ਡੈਮ ਕਿਹੜਾ, ਹਾਈਐਸਟ ਡੈਮ ਕਿਹੜਾ। ਉੱਪਰਲਾ ਪੁਆਇੰਟ ਲੈ ਗਿਆ। ਭਾਰਤ ਦੀ ਸਭ ਤੋਂ ਵੱਡੀ ਮਿੱਠੇ ਪਾਣੀ ਦੀ ਝੀਲ ਕਿਹੜੀ ਆ, ਫਰੈਸ਼ ਵਾਟਰ ਲੇਕ। ਅਸੀਂ ਦੇਖਦੇ ਹਾਂ ਕਿ ਭਾਰਤ ਦੀ ਸਭ ਤੋਂ ਵੱਡੀ ਮਿੱਠੇ ਪਾਣੀ ਦੀ ਝੀਲ ਹੈਗੀ ਆ ਵੂਲਰ ਝੀਲ। ਅਸੀਂ ਦੇਖਦੇ ਹਾਂ ਕਿ ਵੂਲਰ ਝੀਲ ਕਸ਼ਮੀਰ ਵਿੱਚ ਆ ਪੁੱਤਰੋ। ਜੇਹਲਮ ਨਦੀ ਦਾ ਪਾਣੀ ਉਹ ਵੂਲਰ ਝੀਲ 'ਚ ਪੈਂਦਾ। ਜੇਹਲਮ ਨਦੀ ਦਾ ਪਾਣੀ ਵੂਲਰ ਝੀਲ 'ਚ ਪੈਂਦਾ, ਜਿਹਦੇ ਕਰਕੇ ਦੈਟ ਇਜ਼ ਕਿ ਉਹ ਝੀਲ ਬਣਦੀ ਆ। ਜੇ ਕੁਐਸਚਨ ਦਾ ਕਿਹੜੀ ਨਦੀ ਆਪਣਾ ਪਾਣੀ ਦਿੰਦੀ ਆ, ਤਾਂ ਆਨਸਰ ਆਊਗਾ ਵੂਲਰ, ਆਪਣਾ ਆਨਸਰ ਆਊਗਾ ਜੇਹਲਮ। ਅਗਲਾ ਕੁਐਸਚਨ ਆ ਕਿ ਭਾਰਤ ਦਾ ਸਭ ਤੋਂ ਉੱਚਾ ਡੈਮ ਕਿਹੜਾ, ਹਾਈਐਸਟ ਡੈਮ ਆਫ ਇੰਡੀਆ। ਤਾਂ ਧਿਆਨ ਕਰੋ, ਦੇਖੋ ਦੋ ਗੱਲਾਂ ਨੇ। ਜੇ ਤਾਂ ਦੇਖੋ ਜ਼ਿਆਦਾ ਡੈਮ ਪਹਿਲੀ ਉਚਾਈ 'ਤੇ ਲਾਇਆ ਹੋਊਗਾ। ਜੇ ਕੁਐਸਚਨ ਆਉਂਦਾ ਕਿ ਭਾਰਤ ਦਾ ਸਭਸੇ ਉੱਚਾ ਡੈਮ ਕੌਣ ਸਾ ਹੈ, ਇਹਦਾ ਮਤਲਬ ਕੀ ਹੈ ਵੀ ਉਚਾਈ 'ਤੇ ਲੱਗਿਆ ਹੋਇਆ, ਫਿਰ ਤਾਂ ਉੱਤਰ ਆਊਗਾ ਟਿਹਰੀ ਡੈਮ। ਟਿਹਰੀ ਡੈਮ ਦੀ ਆਪਣੀ ਉਚਾਈ ਕੋਈ ਜ਼ਿਆਦਾ ਨਹੀਂ ਹੈਗੀ, ਪਰੰਤੂ ਪਹਿਲੀ ਉਚਾਈ 'ਤੇ ਲਾਇਆ ਹੋਇਆ, ਪਹਾੜਾਂ 'ਤੇ ਲਾਇਆ ਹੋਇਆ, ਤਾਂ ਉੱਤਰ ਆਊਗਾ ਟਿਹਰੀ ਬੰਧ। ਜੇਕਰ ਤੁਸੀਂ ਉਂਝ ਉਚਾਈ ਦੇਖੋ ਵੀ ਕਿਹੜਾ ਹੁਣ ਬੰਦ ਹੁੰਦਾ ਕੀ ਆ, ਜਿਵੇਂ ਆਪਾਂ ਕੰਧ ਮਾਰਦੇ ਹਾਂ, ਆਪਾਂ ਇੱਟਾਂ ਲਾ ਕੇ ਕੰਧ ਮਾਰ ਦਿੰਦੇ ਹਾਂ, ਜਿਹੜਾ ਮਗਰੋਂ ਪਾਣੀ ਆਉਂਦਾ ਉਹਨੂੰ ਰੋਕ ਲੈਂਦੇ ਹਾਂ। ਤਾਂ ਕੰਧ ਕਿੰਨੀ ਉੱਚੀ ਆ, ਜੇ ਇੱਦਾਂ ਦੇਖਣਾ ਹੋਵੇ ਵੀ ਜਿਹੜੀ ਆਪਾਂ ਬਣਾਈ ਆ, ਤਾਂ ਸਭ ਤੋਂ ਉੱਚਾ ਬੰਨ ਕਿਹੜਾ ਆਊਗਾ, ਇਟ ਇਜ਼ ਭਾਖੜਾ। ਭਾਖੜਾ ਡੈਮ ਸਭ ਤੋਂ ਉੱਚਾ। ਜੇ ਆਪਾਂ ਆਪ ਬਣਾਇਆ ਤਾਂ ਜਿਹੜਾ ਭਾਖੜਾ ਡੈਮ ਆ ਉਹ ਆਪ ਕੰਧ ਮਾਰੀ ਆ, ਉਹ ਤਾਂ ਫਿਰ ਤਾਂ ਉਹ ਸਭ ਤੋਂ ਉੱਚੀ ਆ। ਪਰ ਜਿਹੜਾ ਟਿਹਰੀ ਬਾਂਧ ਆ ਉਹ ਬਣਾ ਹੀ ਉਚਾਈ 'ਤੇ ਗਿਆ। ਜੇ ਆਉਂਦਾ ਵੀ ਦੈਟ ਇਜ਼ ਕਿ ਸਭਸੇ ਉੱਚਾ ਬਾਂਧ ਕੌਣ ਸਾ ਹੈ, ਤਾਂ ਫਿਰ ਸਮਝਾ ਰਿਹਾ ਉੱਥੇ ਦੈਟ ਇਜ਼ ਕੀ ਆ, ਭਾਖੜਾ ਨਹੀਂ ਲਾਉਣਾ। ਧਿਆਨ ਰੱਖਣਾ ਇਹ ਗੱਲ ਦੇ ਵਿਚਕਾਰ, ਉੱਥੇ ਟਿਹਰੀ ਲਾਉਣਾ, ਕਿਉਂਕਿ ਆਰਮੀ GD ਦੇ ਪੇਪਰ 'ਚ ਕੁਐਸਚਨ ਆ ਚੁੱਕਿਆ ਅਤੇ ਉਹਨਾਂ ਨੇ ਟਿਹਰੀ ਬਾਂਧ ਨੂੰ ਕੀ ਕੀਤਾ, ਸਹੀ ਕੀਤਾ। ਮੇਰੀ ਗੱਲ ਕੈਚ ਕਰਕੇ ਤੁਸੀਂ ਮੈਂ ਕੀ ਕਹਿਣਾ ਚਾਹੁੰਦਾ ਨਾ, ਵੀ ਉਹਨਾਂ ਨੇ ਟਿਹਰੀ ਨੂੰ ਸਹੀ ਮੰਨਿਆ। ਧਿਆਨ ਰੱਖਣਾ, ਭਾਖੜਾ ਨਹੀਂ ਸਹੀ ਮੰਨਿਆ। ਉੱਥੇ ਸਭ ਤੋਂ ਉੱਚਾ ਬਾਂਧ ਭਾਰਤ ਦਾ ਤਾਂ ਉੱਤਰ ਆਊਗਾ ਟਿਹਰੀ, ਪਰ ਜੇ ਬਣਾਇਆ ਗਿਆ ਉੱਚਾ ਬਣਾਈ 'ਚ ਤਾਂ ਆਪਣਾ ਉੱਤਰ ਆਊਗਾ ਭਾਖੜਾ। ਅਗਲਾ ਕੁਐਸਚਨ ਆ ਕਿ ਭਾਰਤ ਦੀ
ਸਭ ਤੋਂ ਵੱਡੀ ਮਸਜਿਦ ਕਿਹੜੀ ਆ? ਭਾਰਤ ਦੀ ਸਭ ਤੋਂ ਵੱਡੀ ਮਸਜਿਦ ਪੁੱਤਰੋ ਕਿਹੜੀ ਆ? ਜਾਮਾ ਮਸਜਿਦ। ਅਸੀਂ ਦੇਖਦੇ ਹਾਂ ਕਿ ਜਿਹੜੀ ਜਾਮਾ ਮਸਜਿਦ ਆ ਇਹ ਦਿੱਲੀ ਦੇ ਵਿੱਚ ਆ। ਤੁਸੀਂ ਲਾਲ ਕਿਲ੍ਹਾ ਘੁੰਮਣ ਜਾਂਦੇ ਹੋ ਤਾਂ ਲਾਲ ਕਿਲ੍ਹਾ ਦੇ ਬਿਲਕੁਲ ਸਾਹਮਣੇ ਦੈਟ ਇਜ਼ ਕੀ ਬਣੀ ਹੋਈ ਆ? ਜਾਮਾ ਮਸਜਿਦ ਬਣੀ ਹੋਈ ਹੈ। ਜੇ ਕੁਐਸਚਨ ਆਉਂਦਾ ਕਿ ਜਿਹੜਾ ਲਾਲ ਕਿਲ੍ਹਾ ਸੀਗਾ, ਜਿਹਨੂੰ ਦੇਖੋ ਲਾਲ ਕਿਲ੍ਹਾ ਬਹੁਤ ਹੀ ਇੰਪੋਰਟੈਂਸ ਰੱਖਦਾ, ਜੇ ਆਪਾਂ ਮੰਨਦੇ ਹਾਂ ਕਿ ਜਿਹੜੇ ਬੰਦੇ ਦਾ ਲਾਲ ਕਿਲ੍ਹੇ 'ਤੇ ਰਾਜ ਆ ਉਹ ਤਾਂ ਸਾਰੇ ਭਾਰਤ 'ਤੇ ਰਾਜ ਆ। ਲਾਲ ਕਿਲ੍ਹਾ ਇੱਕ ਇਹੋ ਜਿਹੀ ਆਪਣੀ ਆਈਕਨ ਆ, ਮੁਗਲਾਂ ਦਾ ਆਈਕਨ ਸੀ ਵੀ ਜੀ ਜਿਹੜਾ ਲਾਲ ਕਿਲ੍ਹੇ 'ਤੇ ਬੈਠਾ, ਲਾਲ ਕਿਲ੍ਹਾ ਤੁਸੀਂ ਘੁੰਮ ਕੇ ਆਏ ਨਾ, ਉੱਥੇ ਇਮਾਰਤ ਬਣੀ ਹੋਈ ਆ, ਰਾਜਾ ਉੱਥੇ ਰਹਿੰਦਾ ਸੀਗਾ। ਰਾਜਾ ਸਾਰਾ ਰਾਜ ਭਾਗ, ਜਿਵੇਂ ਅੱਜ ਆਪਣਾ ਰਾਜ ਭਾਗ ਅੱਜ ਵੀ ਦਿੱਲੀ ਤੋਂ ਚੱਲਦਾ, ਪਰੰਤੂ ਦਿੱਲੀ ਦੇ ਵਿਚਕਾਰ ਕੀ ਬਣੀ ਹੋਈ ਹੈ? ਪਾਰਲੀਮੈਂਟ ਬਣੀ ਹੋਈ ਆ। ਸਾਡੇ ਭਾਰਤ ਸਾਰਾ ਕਾਰਜਕਾਲ ਪਾਰਲੀਮੈਂਟ 'ਚ ਚੱਲਦਾ। ਉਸ ਤਰੀਕੇ ਨਾਲ ਹੀ ਮੁਗਲਾਂ ਦੇ ਸਮੇਂ ਸਾਰਾ ਰਾਜ ਭਾਗ ਕਿੱਥੋਂ ਚੱਲਦਾ ਸੀਗਾ? ਲਾਲ ਕਿਲ੍ਹੇ ਤੋਂ ਚੱਲਦਾ ਸੀ। ਤਾਂ ਅੱਜ ਵੀ ਇੰਪੋਰਟੈਂਸ ਦੇਣ ਲੱਗੇ ਅਸੀਂ 15 ਅਗਸਤ ਜਿਹੜੀ 26 ਜਨਵਰੀ ਆ ਕਿ ਲਾਲ ਕਿਲ੍ਹਾ ਬਹੁਤ ਇੰਪੋਰਟੈਂਸ ਰਿਹਾ, ਅਸੀਂ ਉੱਥੋਂ ਆਪਣਾ ਝੰਡਾ ਚੜਾਉਣੇ ਆ ਐਜ਼ ਕੰਪੇਅਰ ਟੂ ਪਾਰਲੀਮੈਂਟ ਦੇ ਨਾਲ। ਜੇ ਕੁਐਸਚਨ ਆਉਂਦਾ ਕਿ ਲਾਲ ਕਿਲ੍ਹਾ ਦੈਟ ਇਜ਼ ਕਿ ਕਿੱਥੇ ਬਣਿਆ ਹੋਇਆ, ਤਾਂ ਦਿੱਲੀ ਦੇ ਵਿਚਕਾਰ ਕਿਹਨੇ ਬਣਾਇਆ ਸੀ? ਤਾਂ ਕਿਹਨੇ ਬਣਾਇਆ ਮਿੱਤਰੋ? ਇਹ ਬਣਾਇਆ ਹੈਗਾ ਸ਼ਾਹਜਹਾਂ ਨੇ। ਤਾਂ ਉਸ ਤਰੀਕੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਜਿਹੜੀ ਜਾਮਾ ਮਸਜਿਦ ਆ ਉਹ ਵੀ ਦੈਟ ਇਜ਼ ਕਿਹਦੇ ਦੁਆਰਾ ਬਣਾਈ ਗਈ ਹੈ? ਸ਼ਾਹਜਹਾਂ। ਦੇਖਣ ਵਾਲੀ ਆ, ਦੇਖ ਕੇ ਆਇਓ ਜ਼ਰੂਰ, ਬਹੁਤ ਵਧੀਆ ਇਮਾਰਤ ਸ਼ਾਹ ਦੈਟ ਇਜ਼ ਕੀ ਜਾਮਾ ਮਸਜਿਦ ਬਣੀ ਹੋਈ ਆ। ਵੱਡੇ ਪੱਧਰ 'ਤੇ ਲੋਕ ਜਦੋਂ ਦੈਟ ਇਜ਼ ਕੀ ਜਾਂਦੇ ਨੇ ਉੱਥੇ ਨਮਾਜ਼ ਪੜ੍ਹਦੇ ਨੇ। ਅੱਗੇ ਚੱਲਦੇ ਹਾਂ, ਸਾਡਾ ਭਾਰਤ ਦਾ ਸਭ ਤੋਂ ਲੰਬਾ ਰੋਡ ਕਿਹੜਾ? ਤਾਂ ਅਸੀਂ ਦੇਖਦੇ ਹਾਂ ਕਿ ਇਹਦਾ ਉੱਤਰ ਹੋਊਗਾ GT ਰੋਡ। ਇਹ 2500 ਕਿਲੋਮੀਟਰ ਲੰਬਾ NH7। ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਰੋਡ ਸੀਗਾ ਇਹ ਦੈਟ ਇਜ਼ ਕੀ ਇੱਧਰੋਂ ਸਟਾਰਟ ਹੁੰਦਾ ਪੱਛਮੀ ਬੰਗਾਲ ਤੋਂ, ਸਾਰਾ ਬੰਗਾਲ ਹੁੰਦਾ ਹੋਇਆ ਅਸੀਂ ਦੇਖਦੇ ਹਾਂ ਕਿ ਇਹ ਦੈਟ ਇਜ਼ ਕੀ ਮੂਵ ਕਰਦਾ ਕਿਹਦੇ ਵਿੱਚ? ਇਹ ਆਉਂਦਾ ਗਾ ਦਿੱਲੀ ਰਾਹੀਂ ਹੁੰਦਾ ਹੋਇਆ ਆ ਅੰਮ੍ਰਿਤਸਰ ਤੱਕ ਜਾਂਦਾ। ਤਾਂ ਆਪਣਾ ਨਾ NH7 GT ਰੋਡ ਹੈ ਕਿ ਸਭ ਤੋਂ ਲੰਬਾ। ਉਹ ਸਟੇਟ ਜਿਹਦੀ ਸਭ ਤੋਂ ਜ਼ਿਆਦਾ ਸੀਮਾ ਪਾਣੀ ਨਾਲ ਲੱਗਦੀ ਆ, ਕੋਸਟ ਲਾਈਨ, ਉਹ ਸਟੇਟ ਜਿਹਦੀ ਸੀਮਾ ਸਭ ਤੋਂ ਜ਼ਿਆਦਾ ਪਾਣੀ ਨਾਲ ਲੱਗਦੀ ਆ, ਉਹ ਕਿਹੜਾ ਗਾ? ਇਟ ਇਜ਼ ਗੁਜਰਾਤ। ਤਾਂ ਗੁਜਰਾਤ ਪੁੱਤਰੋ ਇਹੋ ਜਿਹਾ ਸਟੇਟ ਆ ਜਿਹਦੀ ਸੀਮਾ ਸਭ ਤੋਂ ਜ਼ਿਆਦਾ ਪਾਣੀ ਨਾਲ ਲੱਗਦੀ ਹੈ। ਧਿਆਨ ਰੱਖਣਾ ਇਹ ਗੱਲ ਦੀ ਕਰਾਂ ਤਾਂ ਉੱਪਰੋਂ ਵੀ ਅਤੇ ਹੇਠੋਂ ਵੀ ਉਹ ਕਿਹਦੇ ਨਾਲ ਜੁੜਿਆ ਹੋਇਆ? ਪਾਣੀ ਨਾਲ ਜੁੜਿਆ ਹੋਇਆ। ਤਾਂ ਦੇਖਾਂਗੇ ਗੁਜਰਾਤ 1214 ਕਿਲੋਮੀਟਰ ਦਾ ਏਰੀਆ ਗੁਜਰਾਤ ਦਾ ਕਿਹਦੇ ਨਾਲ ਲੱਗਦਾ? ਪਾਣੀ ਨਾਲ ਲੱਗਦਾ। ਤਾਂ ਹੀ ਤੁਸੀਂ ਦੇਖਦੇ ਹੋਵੋਗੇ ਪਾਕਿਸਤਾਨ ਜਿਹੜੇ ਮਛਿਆਰੇ ਫੜੇ ਜਾਂਦੇ ਨੇ ਉਹ ਮੋਸਟਲੀ ਗੁਜਰਾਤ ਦੇ ਹੁੰਦੇ ਨੇ। ਤਾਂ ਪਾਣੀ ਕਿਉਂਕਿ ਸਾਰੇ ਪਾਸਿਓਂ ਗੁਜਰਾਤ ਦੇ ਲੋਕ ਜਾਂਦੇ ਨੇ ਫੜਨ ਵਾਸਤੇ ਮੱਛੀਆਂ, ਪਰ ਅੱਗੇ ਪਾਕਿਸਤਾਨ ਦੀ ਬਾਊਂਡਰੀ ਨੂੰ ਕ੍ਰੋਸ ਕਰ ਜਾਂਦੇ ਨੇ, ਜਿਹਦੇ ਕਰਕੇ ਪਾਕਿਸਤਾਨ ਦੇ ਜਿਹੜੇ ਰੇਂਜਰਸ ਨੇ ਉਹਨਾਂ ਨੂੰ ਕਰ ਲੈਂਦੇ ਨੇ, ਫੜ ਲੈਂਦੇ ਨੇ। ਅੱਗੇ ਹੈਗਾ ਭਾਰਤ ਦਾ ਸਭ ਤੋਂ ਲੰਬਾ ਰੇਲਵੇ ਰੂਟ। ਭਾਰਤ ਦਾ ਸਭ ਤੋਂ ਲੰਬਾ ਰੇਲਵੇ ਰੂਟ ਪੁੱਤਰੋ ਅਸੀਂ ਦੇਖਦੇ ਹਾਂ ਦਿਬਰੂਗੜ੍ਹ ਤੋਂ ਕੰਨਿਆ ਕੁਮਾਰੀ। ਬਹੁਤ ਹੀ ਇੰਪੋਰਟੈਂਟ ਸ਼ਹਿਰ ਨੇ। ਦਿਬਰੂਗੜ੍ਹ ਸ਼ਹਿਰ ਹੈਗਾ ਅਸਾਮ ਦਾ, ਕੰਨਿਆ ਕੁਮਾਰੀ ਸ਼ਹਿਰ ਆ ਤਾਮਿਲਨਾਡੂ ਦਾ। ਤਾਂ ਅਸਾਮ ਤੋਂ ਤਾਮਿਲਨਾਡੂ, ਅਸਾਮ ਤੋਂ ਹੁੰਦੇ ਹੋਏ ਜਿੰਨੇ ਵੀ ਸਟੇਟ ਆਉਂਦੇ ਨੇ, ਪੱਛਮੀ ਬੰਗਾਲ ਆ ਗਿਆ, ਉੜੀਸਾ ਆ ਗਿਆ, ਆਂਧਰਾ ਪ੍ਰਦੇਸ਼ ਆ ਗਿਆ, ਤੇਲੰਗਾਨਾ ਆ ਗਿਆ, ਤਾਮਿਲਨਾਡੂ ਆਇਆ। ਤਾਂ ਇੱਥੋਂ ਇੱਕ ਟ੍ਰੇਨ ਚੱਲਦੀ ਹੈ ਬਹੁਤ ਹੀ ਦੂਰ ਤੱਕ, ਦੈਟ ਇਜ਼ ਕਾਲਡ ਸਭ ਤੋਂ ਲੰਬਾ ਰੇਲਵੇ ਰੂਟ ਆ ਇਹ। ਰੇਲਵੇ ਰੂਟ ਦਿਬਰੂਗੜ੍ਹ ਅਸਾਮ ਤੋਂ ਕੰਨਿਆ ਕੁਮਾਰੀ ਤੱਕ ਜਾਂਦਾ। ਮੇਰਾ ਕੁਐਸਚਨ ਆ, ਤੁਸੀਂ ਦੱਸੋ ਦਿਬਰੂਗੜ੍ਹ ਦੀ ਰਾਜਧਾਨੀ ਕੀ ਆ? ਦਿਬਰੂਗੜ੍ਹ ਕਿਹੜੇ ਸਟੇਟ 'ਚ ਆ ਗਿਆ? ਤਾਂ ਅਸਾਮ 'ਚ। ਅਸਾਮ ਦੀ ਰਾਜਧਾਨੀ ਕਿਹੜੀ ਆ? ਇਟ ਇਜ਼ ਦਿਸਪੁਰ। ਜੇ ਕੁਐਸਚਨ ਆਉਂਦਾ ਕਿ ਕੰਨਿਆ ਕੁਮਾਰੀ ਕਿੱਥੇ ਆ? ਤਾਮਿਲਨਾਡੂ 'ਚ। ਤਾਮਿਲਨਾਡੂ ਦੀ ਰਾਜਧਾਨੀ ਕੀ ਹੈ? ਚੇਨਈ। ਅਤੇ ਧਿਆਨ ਰੱਖਣਾ ਚੇਨਈ ਨੂੰ ਪਹਿਲਾਂ ਮਦਰਾਸ ਕਹਿੰਦੇ ਸੀ, ਅਤੇ ਮਦਰਾਸ 'ਤੇ ਸਭ ਤੋਂ ਪਹਿਲਾਂ ਅੰਗਰੇਜ਼ਾਂ ਦਾ ਸਭ ਤੋਂ ਪਹਿਲਾਂ ਕਬਜ਼ਾ ਮਦਰਾਸ 'ਤੇ ਹੋਇਆ ਸੀ। ਮਦਰਾਸ, ਬੰਬੇ ਅਤੇ ਕਲਕੱਤਾ ਇਹ 3 ਥਾਵਾਂ ਸੀ ਜਿੱਥੇ ਆ ਕੇ ਅੰਗਰੇਜ਼ਾਂ ਨੇ ਰਹਿਣਾ ਸਟਾਰਟ ਕੀਤਾ। ਸਭ ਤੋਂ ਪਹਿਲਾਂ ਫੈਕਟਰੀਆਂ ਬਣਾਈਆਂ, ਆਪਣੀਆਂ ਫੈਕਟਰੀਆਂ, ਗੋਦਾਮ ਬਣਾਏ ਨੇ। ਤਾਈਓ ਜਦੋਂ ਗਏ ਮਦਰਾਸ ਨੂੰ ਅਸੀਂ ਕਹਿਣ ਲੱਗੇ ਚੇਨਈ ਕਹਿਣ ਲੱਗੇ, ਕਿਉਂਕਿ ਮਦਰਾਸ ਇੱਕ ਇੰਗਲਿਸ਼ ਨੇਮ ਆ। ਐਕਚੁਅਲੀ ਉਹ ਮਦਰਾਸ ਨਹੀਂ ਸੀ, ਉਹ ਮੈਡਰਸ ਸੀਗਾ। ਮੈਡਰਸ ਇੱਕ ਇੰਗਲਿਸ਼ ਵਰਡ ਆ, ਤਾਂ ਅਸੀਂ ਉਹਨੂੰ ਮਦਰਾਸ ਕਹਿਣ ਲੱਗੇ, ਪਰੰਤੂ ਲੱਗੇ ਵੀ ਤਾਂ ਅੰਗਰੇਜ਼ੀ ਨਾਮ ਆ, ਤਾਂ ਆਪਾਂ ਉਹਨੂੰ ਕੀ ਕਹਿਣ ਲੱਗੇ ਕਿ ਚੇਨਈ ਕਹਿਣ ਲੱਗੇ ਆਫਟਰ ਆਜ਼ਾਦੀ ਤੋਂ ਬਾਅਦ। ਪਰ ਜਿਹੜਾ ਅੱਜ ਕਲਚਰ ਮਿਲਦਾ, ਤੁਸੀਂ ਬੰਬੇ ਚਲੇ ਜਾਓ, ਚੇਨਈ ਚਲੇ ਜਾਓ ਜਾਂ ਕਲਕੱਤਾ, ਮੋਸਟਲੀ ਲੋਕ ਇੰਗਲਿਸ਼ ਬੋਲਣਗੇ ਉੱਥੇ, ਕਿਉਂਕਿ ਉਹਨਾਂ ਦਾ ਕਲਚਰ ਹੀ ਉਹ ਇੰਗਲਿਸ਼ ਵਾਲਾ ਕਲਚਰ ਆ। ਚਲੋ ਅੱਗੇ ਚੱਲਦੇ ਹਾਂ। ਸਾਡੇ ਭਾਰਤ ਦੀ ਸਭ ਤੋਂ ਲੰਬੀ ਟਨਲ ਸੁਰੰਗ ਕਿਹੜੀ ਆ? ਤਾਂ ਅਸੀਂ ਦੇਖਦੇ ਹਾਂ ਸਾਡੇ ਭਾਰਤ ਦੀ ਸਭ ਤੋਂ ਲੰਬੀ ਸੁਰੰਗ ਜਿਹੜੀ ਹੈਗੀ ਆ ਦੈਟ ਇਜ਼ ਕਾਲਡ ਜਵਾਹਰ ਲਾਲ ਨਹਿਰੂ ਸੁਰੰਗ। ਇਹਨੂੰ ਪੀਰ ਪੰਜਾਬ ਪਹਿਲਾਂ ਸੁਰੰਗ ਕਹਿੰਦੇ ਸੀ, ਪਰੰਤੂ ਇਹਦਾ ਹੁਣ ਨਾਂ ਬਦਲਤਾ, ਦੈਟ ਇਜ਼ ਕਾਲਡ ਜਵਾਹਰ ਲਾਲ ਨਹਿਰੂ ਟਨਲ, ਜੋ ਜੰਮੂ ਨੂੰ ਕਸ਼ਮੀਰ ਨਾਲ ਜੋੜਦੀ ਆ। ਤੁਸੀਂ ਅੱਜ ਕੱਲ੍ਹ ਵੀਡੀਓਜ਼ ਵੀ ਦੇਖਦੇ ਹੋਵੋਗੇ YouTube 'ਤੇ ਇਹਦੀਆਂ ਆਉਂਦੀਆਂ ਨੇ। ਇਹਦੇ ਨਾਲ ਹੁਣ 365 ਦਿਨ ਕਸ਼ਮੀਰ ਜੰਮੂ ਨਾਲ ਕੀ ਹੋ ਗਿਆ? ਅਟੈਚ ਹੋ ਗਿਆ। ਜੰਮੂ ਭਾਰਤ ਨਾਲ ਕੀ ਹੋ ਗਿਆ? ਅਟੈਚ ਹੋ ਗਿਆ। ਪਹਿਲਾਂ ਉੱਥੇ ਇੰਨੀ ਬਰਫਬਾਰੀ ਹੋ ਜਾਂਦੀ ਸੀ
ਕਿ ਕਸ਼ਮੀਰ ਕੱਟਿਆ ਜਾਂਦਾ ਸੀ ਤਾਂ ਹਮਲੇ ਹੋਣ ਦੇ ਡਰ ਰਹਿੰਦੇ ਸੀ। ਪਰ ਹੁਣ ਦੈਟ ਇਜ਼ ਕੀ ਆ, ਉਹ ਖਤਰਾ ਖਤਮ ਹੋ ਗਿਆ, ਸੁਰੰਗ ਬਣਾਈ ਗਈ ਆ ਤਾਂ ਫੌਜੀ ਈਜ਼ੀਲੀ ਦੈਟ ਇਜ਼ ਕੀ ਆ ਸੁਰੰਗ ਰਾਹੀਂ ਕੀ ਆ ਮੂਵ ਕਰ ਸਕਦੇ। ਚਲੋ ਮਿੱਤਰੋ, ਅੱਜ ਵਾਸਤੇ ਸਟੈਟਿਕ ਦਾ ਪੋਰਸ਼ਨ ਇੰਨਾ ਹੀ। ਇਹਨੂੰ ਚੰਗੀ ਤਰ੍ਹਾਂ ਪੜ੍ਹਨਾ। ਫਿਰ ਮੈਂ ਦੱਸਦਾ 9:30 ਵਜੇ ਮੈਂ ਔਨਲਾਈਨ ਕਲਾਸ ਲਾਉਣਾ ਹੁੰਦਾ ਮੈਥ ਦੀ YouTube 'ਤੇ। ਆਪਣਾ ਚੈਨਲ YouTube ਜਿਹੜਾ ਹੈਗਾ ਫੌਜੀਆਂ ਦੀ ਫੈਕਟਰੀ SBN ਨੇ, ਇਹਨੂੰ ਸਬਸਕ੍ਰਾਈਬ ਕਰ ਲਓ। ਤੁਹਾਨੂੰ ਹਰ ਰੋਜ਼ ਦੈਟ ਇਜ਼ ਕਿ ਕਲਾਸ ਲੱਗਿਆ ਕਰੂ ਔਨਲਾਈਨ ਮੈਥ ਦੀ, ਅਤੇ ਇਸ ਤਰੀਕੇ ਨਾਲ ਆਪਾਂ ਹਰ ਰੋਜ਼ GK ਪੜ੍ਹਿਆ ਕਰਾਂਗੇ। ਥੋੜ੍ਹਾ ਥੋੜ੍ਹਾ ਕੰਮ ਪੜ੍ਹਨਾ ਸਟਾਰਟ ਕਰੋ। ਇੱਕਦਮ ਗੋਲੀ ਖਾਣੀ ਵੱਡੀ ਚੰਗੀ ਨਹੀਂ ਹੁੰਦੀ। ਹਲਕਾ ਹਲਕਾ ਹਰ ਰੋਜ਼ ਘੰਟਾ 1.5 ਘੰਟਾ ਪੁੱਤਰੋ ਪੜ੍ਹਾਈ ਕਰੋ, ਵੀਡੀਓ ਸੁਣੋ, ਤਾਂ ਦੈਟ ਇਜ਼ ਕੀ ਆ ਤੁਸੀਂ ਦੁਬਾਰਾ ਤੋਂ ਸਾਰੀਆਂ ਗੱਲਾਂ ਯਾਦ ਕਰ ਲਓਗੇ। ਅਤੇ ਮੈਂ ਗਰੰਟੀ ਕਰਦਾ ਤੁਹਾਨੂੰ ਕੋਈ ਫੀਸ ਦੇਣ ਦੀ ਲੋੜ ਨਹੀਂ। ਹਰ ਰੋਜ਼ ਕਲਾਸਾਂ ਲਾਉਣੀਆਂ ਨੇ ਔਨਲਾਈਨ। ਜਿੰਨਾ ਪੜ੍ਹੋਗੇ ਉਹਦੇ ਵਿੱਚੋਂ ਪੇਪਰ ਆਊਗਾ। ਚੰਗੀ ਤਰ੍ਹਾਂ ਪੜ੍ਹੋਗੇ ਤਾਂ ਪੁੱਤਰੋ ਦੈਟ ਇਜ਼ ਕਿ ਗਰੰਟੀ ਨਾਲ ਪਾਸ ਹੋਵੋਗੇ। ਚਲੋ ਅੱਜ ਬਾਹਲਾ ਨਹੀਂ ਕਰਦੇ ਆਪਾਂ, ਇਹਨੂੰ ਇੰਨੀਆਂ ਗੱਲਾਂ ਨੂੰ ਯਾਦ ਰੱਖਣਾ ਜਿੰਨੀਆਂ ਦੱਸਿਆ। ਹੋ ਸਕਿਆ ਤਾਂ ਕਾਪੀ ਦੀਆਂ ਗੱਲਾਂ ਨੋਟ ਕਰ ਲੈਣੀਆਂ, ਕਿਉਂਕਿ ਕੋਈ ਸੁਣੋਗੇ ਗੱਲਾਂ ਬਾਤਾਂ। ਮੈਂ ਇਕੱਲਾ ਇਹ ਨਹੀਂ ਪੜ੍ਹਾਇਆ, ਮੈਂ ਨਾਲ ਤੁਹਾਨੂੰ ਐਕਸਟਰਾ ਗੱਲਾਂ ਬਹੁਤ ਕਾਫੀ ਦੱਸੀਆਂ ਨੇ, ਉਹ 'ਚੋਂ ਵੀ ਕੁਐਸਚਨ ਬਣਨਗੇ। ਤਾਂ ਕਾਪੀ ਚੱਕ ਕੇ ਨਾਲ ਗੱਲਾਂ ਨੂੰ ਨੋਟ ਕਰਨਾ। ਕੱਲ੍ਹ ਨੂੰ ਮਿੱਤਰੋ ਫਿਰ ਮਿਲਦੇ ਹਾਂ ਇੱਕ ਹੋਰ ਵੀਡੀਓ ਲੈ ਕੇ। ਧੰਨਵਾਦ ਜੀ।